वाहिगुरू जी का खालसा वाहिगुरू जी की फतेह। माया मोह भरम पो काटे, संत शरण जो आवे। जहाँ मनोरथ कर आराधे, सो संतन किते पावे। इंज ही एक वारी आप नौशहरे मसीहा दे दीवान विच पहुँचे। जसवंत सिंह कीर्तन कर रहा सी। रागी चंगा सी, बड़े सुर विच सी। जेठ हाड़ दी दुपहर सी, गर्मी भी बहुत सी। सब पसीनो पसीनी सन। संतां ने जसवंत सिंह नूं कहा, अज पूरे रंग विच आ, बाणी दी झड़ी ला दे। जसवंत सिंह आप दा बहुत सत्कार करदा सी। अगों हथ जोड़ के कहन लगा, महाराज जी, सब कुछ आपदे हथ विच है। तुसीं ठंड वरता दिओ, मींह पवा दिओ, असीं साजां दा जोर ला दिंदे हां। नाल ही संगत विचों जो बोले सो निहाल सत श्री अकाल दा जयकारा उठिया। बाबा जी पूरी तरह लिवलीन हो के टिक गए। इंज सी जिवें इस जयकारे दी आवाज़ अकाल पुरख तक पहुँच गई होवे। जसवंत सिंह ने पूरा जोर ला के हर जस कीर्तन किया। उधरों पता नहीं किस पासियों एक काली घटा उठी ते कुछ मिंटां विच ही जल थल कर दिता। तपदा वातावरण ठंडा हो गया। मोहलधार मींह वर रहा सी। रागी सिंह उठ के साज लैके अंदर हो गए। काफ़ी संगत भी उठ खड़ी हुई, पर बाबा जी प्रभु चरनां विच निमगन बैठे रहे। उपर हेठां पानी ही पानी सी। रागी सिंह कीर्तन कर रहे सन। आप जी ने किरपा करके ठंड वरता दित्ती सी। जदों कदर आप हिरदे 'च वस गया सी, आप दी कदर तां रूप हो गए सन, तां पूरी कुदरत आपदे चरनां विच हथ बन्नी खड़ी सी। मींह किड्डी के गल सी। जो जो चितवे दास हर माई, सो सो करता आप कराई। आपने एक बार पवित्र मुखरबिंद तो बचन किया। उंज वेखण नूं तां एक रूप जिहा ही है, पर सूरज चंद्रमा ਇਹਦਾ पानी भरदे हन। ऐसे रब रूप ने किरपा करके सवेरे मੀਂਹ पवा के ठंड वरता दित्ती। जिसके घर दीवान हर होवे, तिसकी मुट्ठी विच जगत सब आया। इंज ही आप गोदरपुर दे सरदार तरलोक सिंह नूं नाल लै के श्री गुरु रामदास जी दे पवित्र सथान हरमंदर साहिब विखे गए। हरमंदर साहिब दे पवित्र ਸਰੋਵਰ 'ਚ ਇਸ਼ਨਾਨ ਕੀਤਾ ਅਤੇ 5 ਵਾਰ ਧੰਨ ਗੁਰੂ ਨਾਨਕ ਦੇ ਨਾਂ ਨਾਲ ਜੈਕਾਰੇ ਬੁਲਾਏ। ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਿਆ ਅਤੇ ਕੁਝ ਸਮਾਂ ਕੀਰਤਨ ਸੁਣ ਕੇ ਆਪਣੇ ਨਾਨਕੇ ਪਿੰਡ ਪੁਛੇ ਚਲੇ ਗਏ। ਇੱਕ ਵਾਰੀ ਆਪ ਬਾਬਾ ਬੁੱਢਾ ਜੀ ਦੇ ਸਥਾਨ ਰਾਮਦਾਸ ਗਏ। ਮੱਸਿਆ ਦਾ ਦਿਹਾੜਾ ਸੀ। ਆਪ ਇਕੱਲੇ ਹੀ ਸਨ। ਬੱਸ 'ਤੇ ਚੜ੍ਹ ਕੇ ਗਏ। ਵਾਪਸੀ 'ਤੇ ਆਪ ਨੂੰ ਰਾਮਦਾਸ ਹੀ ਇੱਕ ਮੰਗਤਾ ਮਿਲਿਆ। ਉਸ ਨੇ ਹੱਥ ਜੋੜ ਕੇ ਤਰਲਾ ਲਿਆ ਅਤੇ ਧੰਨ ਗੁਰੂ ਨਾਨਕ ਸਾਹਿਬ ਅਤੇ ਧੰਨ ਬਾਬਾ ਬੁੱਢਾ ਸਾਹਿਬ ਦੇ ਨਾਂ 'ਤੇ ਕੁਝ ਖੈਰ ਮੰਗਿਆ। ਆਪ ਦਾ ਆਤਮਤ ਕੋਮਲ ਭਾਵੀ ਹਿਰਦਾ ਪਸੀਜ ਗਿਆ।
ਉਸ ਨੇ ਗੁਰੂ ਨਾਨਕ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਦਾ ਨਾਂ ਲੈ ਕੇ ਮੰਗਿਆ ਸੀ। ਇਸ ਤੋਂ ਵੱਧ ਹੋਰ ਬਾਕੀ ਕੀ ਕਹਿਣ ਵਾਲਾ ਰਹਿ ਗਿਆ ਸੀ। ਆਪ ਪੂਰੀ ਤਰ੍ਹਾਂ ਦਰਬ ਗਏ। ਜਿੰਨੇ ਪੈਸੇ ਜੇਬ ਵਿੱਚ ਸਨ ਸਾਰੇ ਕੱਢ ਕੇ ਉਸ ਮੰਗਤੇ ਨੂੰ ਦੇ ਦਿੱਤੇ। ਲਾਗੋਂ ਕਿਸੇ ਨੇ ਪੁੱਛਿਆ, ਤੁਸੀਂ ਸਾਰੇ ਪੈਸੇ ਮੰਗਤੇ ਨੂੰ ਦੇ ਦਿੱਤੇ ਹਨ, ਹੁਣ ਘਰ ਕਿਵੇਂ ਪੁੱਜੋਗੇ? ਕਿਰਾਇਆ ਹੈ ਹੋਰ। ਆਪ ਨੇ ਉਸੇ ਵੇਲੇ ਜੇਬ 'ਚੋਂ ਸੁੰਦਰ ਗੁਟਕਾ ਕੱਢਿਆ ਤੇ ਕਹਿਣ ਲੱਗੇ, ਆਹ ਦੇਖ, ਸਾਡੇ ਕੋਲ ਰਹਿਦਾਰੀ ਜੋ ਹੈ, ਇਸ ਦੇ ਆਸਰੇ ਘਰ ਪਹੁੰਚ ਜਾਵਾਂਗੇ। ਬੱਸ 'ਤੇ ਚੜ੍ਹਨ ਦੀ ਕੀ ਲੋੜ ਹੈ? ਇੰਜ ਆਪ ਤੁਰਦੇ ਹੀ ਬਾਣੀ ਪੜ੍ਹਦੇ ਪੜ੍ਹਦੇ ਘਰ ਪਹੁੰਚ ਗਏ। ਇੱਕ ਵਾਰੀ ਆਪ ਸੰਗਤਾਂ ਨੂੰ ਨਾਲ ਲੈ ਕੇ ਅਚਲ ਸਾਹਿਬ ਗਏ। ਮੱਸਿਆ ਦਾ ਦਿਹਾੜਾ ਸੀ। ਕਾਫੀ ਸੰਗਤ ਸੀ। ਗੁਰਦੁਆਰੇ ਦੇ ਲਾਗੇ ਹੀ ਹਿੰਦੂਆਂ ਦਾ ਪੁਰਾਣਾ ਇਤਿਹਾਸਕ ਮੰਦਰ ਹੈ। ਇਸ ਲਈ ਜ਼ੋਰ ਮੇਲਾ ਕਾਫੀ ਵੱਡਾ ਹੋ ਜਾਂਦਾ ਹੈ। ਆਪ ਨੇ ਗੁਰਦੁਆਰੇ ਅੰਦਰ ਮੱਥਾ ਟੇਕਿਆ ਤੇ ਕੁਝ ਦੇਰ ਦੀਵਾਨ ਵਿੱਚ ਹਰ ਜਸ ਸੁਣਿਆ। ਉਸ ਤੋਂ ਬਾਅਦ ਉੱਠ ਕੇ ਬਾਹਰ ਆ ਗਏ। ਇੰਨੇ ਨੂੰ ਸੰਗਤ ਵਿੱਚ ਪਤਾ ਲੱਗ ਗਿਆ ਕਿ ਘੁੰਮਣ ਵਾਲੇ ਸੰਤ ਆਏ ਹਨ। ਸਾਰੀ ਸੰਗਤ ਦਰਸ਼ਨਾਂ ਲਈ ਉਲਟ ਪਈ। ਭਾਰੀ ਰੌਣਕ ਲੱਗ ਗਈ। ਆਪ ਉੱਠ ਕੇ ਸੰਗਤ ਵਿੱਚ ਖਲੋ ਗਏ। ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਵਿਸ਼ੇ ਆਨੰਦ ਝੂਠ, ਆਤਮਾ ਆਨੰਦ ਸੱਚ। ਮਲ ਭਖ ਖਾਣੇ ਨਹੀਂ ਖਾਣੇ ਚਾਹੀਦੇ। ਇਹ ਬੁੱਧੀ ਨੂੰ ਮਲੀਨ ਕਰਦੇ ਹਨ। ਤੰਬਾਕੂ ਦਾ ਧੂੰਆਂ ਵੀ ਨਹੀਂ ਲੈਣਾ ਚਾਹੀਦਾ। ਬਾਣੀ ਪੜ੍ਹਨੀ ਚਾਹੀਦੀ ਹੈ। ਸਵਾਸ ਸਵਾਸ ਭਜਨ ਕਰਨਾ ਚਾਹੀਦਾ ਹੈ। ਜਿਹੜੇ ਅੱਜ ਤੋਂ ਮਨ ਮੱਤ ਤਿਆਗ ਕੇ ਗੁਰੂ ਵਾਲੀ ਮੱਤ ਧਾਰਨ ਕਰਨਗੇ, ਜਿਹੜੇ ਮਲ ਭਖ ਖਾਣੇ ਛੱਡਦੇ ਹਨ, ਉਹ ਉੱਚੀ ਕਰਕੇ ਬਾਂਹ ਖੜੀ ਕਰੋ। ਸੈਂਕੜੇ ਲੋਕਾਂ ਨੇ ਬਾਹਾਂ ਖੜ੍ਹੀਆਂ ਕੀਤੀਆਂ। ਆਪ ਨੇ ਸਭ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਵਾਪਸ ਡੇਰੇ ਨੂੰ ਚਾਲੇ ਪਾ ਦਿੱਤੇ। ਤੀਰਥਾਂ ਜਾਂ ਗੁਰੂ ਅਸਥਾਨਾਂ 'ਤੇ ਸਿਰਫ ਜਾਣਾ ਹੀ ਨਹੀਂ, ਉੱਥੇ ਮੰਗਣਾ ਕੀ ਹੈ, ਇਹ ਵੀ ਆਪ ਨੇ ਸਮਝਾਇਆ। ਇੱਕ ਵਾਰੀ ਇੱਕ ਸਿੱਖ ਆਪ ਪਾਸ ਆਇਆ ਤੇ ਕਹਿਣ ਲੱਗਾ, ਜੀ ਮੈਂ ਅਚਲ ਸਾਹਿਬ ਮੱਸਿਆ ਵੇਖਣ ਜਾਣਾ ਹੈ। ਬਾਬਾ ਜੀ ਨੇ ਪੁੱਛਿਆ, ਉੱਥੋਂ ਕੀ ਮੰਗਣਾ ਹੈ? ਉਹ ਸਿੱਖ ਚੁੱਪ ਜਿਹਾ ਕਰ ਗਿਆ। ਸੰਤ ਕਹਿਣ ਲੱਗੇ, ਉੱਥੋਂ ਇਹੀ ਮੰਗੀ ਕਿ ਜੇ ਅਚਲ ਸਾਹਿਬ ਵਾਲਿਆਂ ਮੇਰਾ ਆਪਣਾ ਆਪ ਨਿਸ਼ਚਲ ਹੋ ਜਾਵੇ। ਵੱਡਾ ਸਵਾਲ ਹੀ ਇਹ ਹੈ ਕਿ ਜਿਸ ਦਾ ਆਪਣਾ ਆਪ ਭਟਕਣੋਂ ਹਟ ਜਾਵੇ ਤੇ ਨਿਸ਼ਚਲ ਹੋ ਜਾਵੇ, ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਇਸ ਨੂੰ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਸਿਰਫ ਸਤ ਸੰਗਤ ਰੂਪੀ ਤੀਰਥ 'ਤੇ ਬੈਠ ਕੇ ਨਾਮ ਦੀ ਕਮਾਈ ਕਰਦਾ ਹੈ। ਗੁਰੂ ਕਿਰਪਾ ਕਰਦਾ ਹੈ, ਮਨ ਖੁੱਲ੍ਹ ਜਾਂਦਾ ਹੈ, ਫਿਰ ਸਾਰੇ ਫੁਰਨੇ ਬੰਦ ਹੋ ਜਾਂਦੇ ਹਨ। ਇੱਥੇ ਸਿਮਰਨ ਦਾ ਫੁਰਨਾ ਹੀ ਬਾਕੀ ਰਹਿ ਜਾਂਦਾ ਹੈ। ਫਿਰ ਇਹ ਵੀ ਹਟ ਜਾਵੇਗਾ, ਔਫਰ ਹੋ ਜਾਵੇਗਾ। ਇਹ ਸਭ ਬਾਬੇ ਨਾਨਕ ਦੀ ਕਿਰਪਾ ਹੈ। ਉਸ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਸੰਤਨ ਕੀ ਸੁਣ ਸੱਚੀ ਸਾਖੀ, ਸੋ ਬੋਲੇ ਸੋ ਭੇਖੇ ਆਖੀ। ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਗਾ ਪ੍ਰਭ ਆਪੇ ਆਪ। ਹਰ ਸਾਲ ਜਦੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਫਰਵਾਲ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦੇ ਤਾਂ ਸੰਗਤ ਨੂੰ ਨਾਲ ਲੈ ਕੇ ਉੱਥੇ ਜਾਂਦੇ। ਸਾਰੀ ਸੰਗਤ ਹਾਜ਼ਰੀ ਭਰਦੀ। ਸੰਤ ਕਰਤਾਰ ਸਿੰਘ ਜੀ ਆਪ ਦਾ ਬਹੁਤ ਸਤਿਕਾਰ ਕਰਦੇ ਸਨ। ਆਪ ਨੂੰ ਸਟੇਜ 'ਤੇ
ਬੈਠਣ ਲਈ ਕਹਿੰਦੇ, ਪਰ ਆਪ ਨਾ ਮੰਨਦੇ। ਸੰਗਤ ਵਿੱਚ ਥੱਲੇ ਹੀ ਬੈਠਦੇ। ਇੰਝ ਹੀ ਆਪ ਨਾਨਕ ਚੱਕ ਵਿਖੇ ਸੰਗਤ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦਾ ਹੋਕਾ ਦੇਣ ਵੀ ਕਈ ਵਾਰ ਗਏ। ਨਾਨਕ ਚੱਕ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਤਪ ਕਰਦੇ ਰਹੇ ਹਨ। ਜਦੋਂ ਵੀ ਆਪ ਜਾਂਦੇ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵਹੀਰਾਂ ਗੱਤ ਕੇ ਆਪ ਦੇ ਦਰਸ਼ਨ ਕਰਨ ਆਉਂਦੇ। ਵੈਸ਼ਨੋ ਬਿਰਤੀ, ਨਾਮ ਬਾਣੀ, ਧਰਮ ਦੀ ਕੀਰਤ ਅਤੇ ਸਾਦੀ ਸਰਲ ਜ਼ਿੰਦਗੀ ਜਿਉਣ ਦਾ ਉਪਦੇਸ਼ ਕਰਦੇ। ਪਰ ਇਹ ਤਾਂ ਸੰਗਤ ਨੂੰ ਨਾਲ ਲਿਜਾਣ ਦੀ ਗੱਲ ਹੈ। ਇਕੱਲਾ ਗੁਪਤ ਰੂਪ ਵਿੱਚ ਉਹ ਕਿਤੇ ਲੁਕਾਈ ਦਾ ਭਲਾ ਕਰਨ ਜਾਂਦੇ। ਗੁਰੂ ਅਸਥਾਨਾਂ 'ਤੇ ਨਤਮਸਤਕ ਹੋਣ ਜਾਂਦੇ। ਇਸ ਗੱਲ ਦਾ ਕੀ ਅੰਦਾਜ਼ਾ ਹੋ ਸਕਦਾ ਹੈ? ਕੁਝ ਇੱਕ ਕੁੱਤਕ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ। ਇੱਕ ਵਾਰੀ ਇੰਝ ਹੀ ਵਾਪਰਿਆ। ਹੋਲਾ ਮਹੱਲਾ ਆਇਆ। ਆਪ ਸਾਰੀ ਸੰਗਤ ਨੂੰ ਨਾਲ ਲੈ ਕੇ ਨਸ਼ਹਿਰੇ ਗਏ। ਸੰਤ ਮਹਾਰਾਜ ਹਰਨਾਮ ਸਿੰਘ ਜੀ ਨਾਲ ਆਪ ਦਾ ਬਚਨ ਹੋਇਆ ਸੀ। ਸਾਰਾ ਦਿਨ ਦੀਵਾਨ ਵਿੱਚ ਕੀਰਤਨ ਦਾ ਪ੍ਰਵਾਹ ਚੱਲਿਆ। ਕਿੰਨੀ ਸੰਗਤ ਆਪ ਦੇ ਦਰਸ਼ਨ ਕਰਨ ਆਈ। ਦੁਪਹਿਰ ਬਾਅਦ ਸੰਗਤ ਸਮੇਤ ਆਪ ਫਿਰ ਡੇਰੇ ਵਾਪਸ ਆ ਗਏ। ਦੂਜੇ ਪਾਸੇ ਗੁਪਤ ਤੌਰ 'ਤੇ ਉਹ ਅਨੰਦਪੁਰ ਸਾਹਿਬ ਵੀ ਆਨੰਦ ਮਾਣ ਰਹੇ ਸਨ। ਨਸ਼ਹਿਰੇ ਦਾ ਇੱਕ ਸਿੰਘ ਹੋਲੇ ਮਹੱਲੇ ਵਾਲੇ ਦਿਨ ਅਨੰਦਪੁਰ ਸਾਹਿਬ ਗਿਆ। ਗੁਰਸਥਾਨਾਂ ਦੇ ਦਰਸ਼ਨ ਕੀਤੇ, ਦੀਵਾਨ ਵਿੱਚ ਹਾਜ਼ਰੀ ਭਰੀ, ਕੀਰਤਨ ਦਾ ਆਨੰਦ ਮਾਣਿਆ। ਉਸਨੇ ਦੇਖਿਆ ਕਿ ਘੁੰਮਣਾ ਵਾਲੇ ਸੰਤ ਵੀ ਪੂਰੀ ਤਰ੍ਹਾਂ ਲਿਵਲੀਨ ਦੀਵਾਨ ਵਿੱਚ ਬੈਠੇ ਹਨ। ਉਹ ਕੋਲ ਗਿਆ, ਨਮਸਕਾਰ ਕੀਤੀ। ਉਸਨੇ ਦੇਖਿਆ ਕਿ ਆਪ ਇਕੱਲੇ ਹੀ ਹਨ, ਹੋਰ ਕੋਈ ਸੇਵਾਦਾਰ ਨਾਲ ਨਹੀਂ। ਉਸਨੇ ਸੋਚਿਆ ਕਿ ਸੰਤ ਤਾਂ ਹਰ ਸਵਾਲ ਇਸ ਦਿਨ ਸੰਤ ਮਹਾਰਾਜ ਹਰਨਾਮ ਸਿੰਘ ਦੇ ਬਚਨ ਮੁਤਾਬਿਕ ਨਸ਼ਹਿਰੇ ਆਨੰਦ ਮਾਣਦੇ ਹਨ, ਅਤਕਾ ਇੱਥੇ ਆ ਗਏ ਹਨ। ਉਸਨੇ ਕੋਲ ਬੈਠ ਕੇ ਕੁਝ ਦੇਰ ਸੰਗਤ ਮਾਣੀ ਤੇ ਫਿਰ ਬੱਸ 'ਤੇ ਬੈਠ ਕੇ ਵਾਪਸ ਆ ਗਿਆ। ਜਦੋਂ ਘਰ ਆਇਆ ਤਾਂ ਆਉਂਦਿਆਂ ਨੂੰ ਉਸ ਦੀ ਮੱਝ ਬਿਮਾਰ ਸੀ। ਉਸਨੇ ਉਸੇ ਵੇਲੇ ਮੱਝ ਖੋਲ੍ਹੀ ਤੇ ਪਸ਼ੂ ਹਸਪਤਾਲ ਲੈ ਗਿਆ। ਇੱਥੇ ਹੀ ਭਾਈ ਸਾਹਿਬ ਡਾਕਟਰ ਸ਼ਿਵ ਸਿੰਘ ਜੀ ਨੌਕਰੀ ਕਰਦੇ ਸਨ। ਸ਼ਾਮ ਦਾ ਵੇਲਾ ਸੀ। ਹਸਪਤਾਲ ਬੰਦ ਹੋਣ ਵਾਲਾ ਸੀ। ਵਾਪਸੀ ਬਚਨ ਬਿਲਾਸ ਹੋਏ। ਆਪ ਨੇ ਛੇਤੀ ਮੱਝ ਨੂੰ ਦੇਖਿਆ ਤੇ ਦਵਾਈ ਦੇਣ ਲੱਗੇ। ਨਾਲ ਹੀ ਕਹਿਣ ਲੱਗੇ ਕਿ ਜ਼ਰਾ ਟਾਈਮ ਸਿਰ ਆ ਜਿਆ ਕਰੋ, ਇਸ ਵੇਲੇ ਘੁੰਮਣੀ ਡੇਰੇ ਜਾਣਾ ਹੁੰਦਾ ਹੈ। ਉਹ ਸਿੰਘ ਕਹਿਣ ਲੱਗਾ ਕਿ ਬਾਬਾ ਜੀ ਤਾਂ ਅਨੰਦਪੁਰ ਗਏ ਹੋਏ ਹਨ। ਅਸੀਂ ਉੱਥੇ ਉਹਨਾਂ ਦੇ ਦਰਸ਼ਨ ਕੀਤੇ ਸਨ। ਦੀਵਾਨ ਵਿੱਚ ਬੈਠੇ ਹੋਏ ਸਨ, ਪਰ ਨਾਲ ਕੋਈ ਸੇਵਾਦਾਰ ਨਹੀਂ ਸੀ, ਇਕੱਲੇ ਹੀ ਸਨ। ਭਾਈ ਸਾਹਿਬ ਹੈਰਾਨ ਹੋ ਰਹੇ ਸਨ। ਫਿਰ ਪੁੱਛਿਆ ਕਿ ਤੂੰ ਸੱਚੀ ਮੁੱਚੀ ਦਰਸ਼ਨ ਕੀਤੇ ਹਨ, ਕੋਈ ਹੋਰ ਤਾਂ ਨਹੀਂ ਸੀ? ਉਹ ਕਹਿਣ ਲੱਗਾ, ਬਿਲਕੁਲ ਨਹੀਂ, ਸੰਤ ਆਪ ਸਨ। ਆਸਾ ਨਮਸਕਾਰ ਵੀ ਕੀਤੀ। ਕੋਲ ਕੁਝ ਦੇਰ ਬੈਠੇ ਰਹੇ। ਅਸੀਂ ਹੈਰਾਨ ਸਾਂ ਕਿ ਨਾਲ ਕੋਈ ਜੇ ਨਹੀਂ, ਇਕੱਲੇ ਕਿਉਂ ਆਏ ਹਨ? ਭਾਈ ਸਾਹਿਬ ਦੀ ਹੈਰਾਨਗੀ ਹੋਰ ਵੱਧ ਗਈ। ਉਹਨਾਂ ਨੇ ਮੱਝ ਨੂੰ ਦਵਾਈ ਦਿੱਤੀ ਤੇ ਉਸੇ ਵੇਲੇ ਡੇਰੇ ਆ ਗਏ। ਆਉਂਦਿਆਂ ਹੀ ਸੰਤਾਂ ਨੂੰ ਚਰਨ ਵੰਦਨਾ ਕੀਤੀ ਤੇ ਕੋਲ ਬੈਠ ਗਏ। ਆਪ ਦੀ ਚੱਕਰੀ ਸਪੂਰਨ ਸੀ, ਇਸ ਲਈ ਆਪ ਭਾਉ ਨਹੀਂ ਸਨ ਕਰਦੇ। ਆਪ ਨੇ ਸਾਫ਼ ਹੀ ਪੁੱਛ ਲਿਆ, ਮਹਾਰਾਜ ਜੀ, ਇੱਕ ਸ਼ੱਕ ਪੈਦਾ ਹੋਇਆ ਹੈ। ਬਾਬਾ ਜੀ ਕਹਿਣ ਲੱਗੇ, ਕੀ?
ਭਾਈ ਸਾਹਿਬ ਨੇ ਕਿਹਾ, ਜੀ ਅਸੀਂ ਨੌਸ਼ਹਿਰੇ ਹੋਲਾ ਵੇਖਿਆ ਹੈ। ਹਾਂ ਵੇਖਿਆ ਹੈ, ਸੰਤਾਂ ਜਵਾਬ ਦਿੱਤਾ। ਮੈਨੂੰ ਇੱਕ ਸਿੰਘ ਨੇ ਦੱਸਿਆ ਕਿ ਆਪ ਅਨੰਦਪੁਰ ਸਾਹਿਬ ਵੀ ਹੋਲੇ ਮਹੱਲੇ ਦੇ ਦੀਵਾਨ ਵਿੱਚ ਸੀ। ਭਾਈ ਸਾਹਿਬ ਨੇ ਪੁੱਛਿਆ। ਸੰਤਾਂ ਨੇ ਸਹਿਜੇ ਹੀ ਕਿਹਾ, ਹਾਂ ਹੋ ਆਇਆ ਹੋਵਾਂਗਾ ਉੱਥੇ ਵੀ, ਪਰ ਇਹ ਕਿੰਜ ਹੋ ਸਕਦਾ ਹੈ? ਭਾਈ ਸਾਹਿਬ ਨੇ ਪੁੱਛਿਆ। ਸੰਤਾਂ ਵਚਨ ਕੀਤਾ, ਇਹ ਕਿਹੜੀ ਵੱਡੀ ਗੱਲ ਹੈ। ਇਹ ਹਰ ਵੇਲੇ ਇੱਥੇ ਥੋੜ੍ਹਾ ਬੈਠਾ ਰਹਿੰਦਾ ਹੈ। ਮਨ ਰੂਪੀ ਫੁਰਨੇ ਦੇ ਘੋੜੇ 'ਤੇ ਚੜ੍ਹ ਕੇ ਜਿੱਥੇ ਮਰਜ਼ੀ ਘੁੰਮ ਫਿਰ ਆਉਂਦਾ ਹੈ। ਐਸਾ ਕੁਤਕ ਸੁਣ ਕੇ ਸਭ ਨੇ ਆਪ ਨੂੰ ਧੰਨ ਧੰਨ ਕਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।